सब कुछ दुनिया ते छड्डण दा बंदा यतन करदा है। कुछ चीज़ां छड्डियां जा भी सकदियां ने, कुछ चीज़ां नूं बंदा छड्ड भी दिंदा है। पर कुछ ऐसियां बलामतां हुंदियां ने जिन्हां नूं छड्डना बड़ा औखा है। हो सकता करतार दी भगती सिमरन बंदगी करके ये चीज़ां वस विच आ जान, काम भी, क्रोध भी, लोभ भी, मोह भी छड्डिया जा सकता, कोई बहुती वड्डी गल नहीं। पर नहीं छड्डिया जांदा ते हंकार नहीं छड्डिया जांदा। हंकार गरीब नूं भी है, अमीर नूं भी है, हरेक बंदे नूं आपो अपना हंकार है। उसे हंकार दे अंदर बंदा जिंदगी बसर करदा, बतीत करदा। हौमे दे शिकार हां। जिवें ये कह लो कि कोई नाटककार नाटक लिखदा है, वो मालक हुंदा है जिहड़ा करवांदा नाटक। मालक ते उही है ना। रंगमंच दे उपर अलग अलग करैक्टर दिते जांदे हैं, अलग अलग करैक्टर दिते जांदे। किसे नूं राजे दा, किसे नूं राणी दा, किसे नूं सेवक दा, जरनैल दा, दासी दा, अलग अलग करैक्टर ने। रंगमंच दे उपर नाटक खेडण वाले नूं अलग अलग तरीके दे नाल अलग अलग जिहड़े पार्ट ने उहनूं दिते गए। उहनूं पढ़ाया गया, तू आ करना है, तू आ करना है। हुण उन्हां ने सारी समझ ली, स्क्रिप्ट जो सीगा समझ लिया सारा कुछ। समझण तो बाद जदों वो रंगमंच दे उपर गए, स्टेज उपर गए, स्टेज उपर जाकर के उन्होंने मालिक दी एक भी गल ना मनी, एक भी गल ना मनी। क्योंकि एक्टर सी, आपो अपनी कला दा हंकार सी। जो ने क्या उहदे तो उल्ट करना शुरू कर दिता। वो नाटक दी रूपरेखा ही बिगड़ गई। जो चाहुंदा सी वो नहीं बनिया। ते वो मालक दियां झिड़कां सहिंदा फिर। मालक कढ भी दिंदा काम तो भी, तेरी लोड़ नहीं है, जिहड़ा तू मेरी गल ही नहीं मनदा फिर तेरी लोड़ नहीं। झिड़का सहिंदा है। इसे तरह दुनिया एक रंगमंच है। असी लोग इस जगह ते नाटक खेड रहे हैं। जो मालिक ने, करतार ने सानू लिख के दिता, जो करतार ने सानू कहा भी तू आ कमाना है, आ करना है, सच असी वो नहीं मन रहे। असी खोमे दे शिकार हाँ, आपो अपने करके। सानू खोमे दा बड़ा रोग लगा होया। खोमा दीर्घ रोग है, जिदे करके असी मालिक दी गल नूं नहीं मन्निया। सब दी गल नूं मान ही नहीं पाए असी कि जो साहब कहंदा है, जो मालिक कहंदा है, जो मेरा सतगुरु कहंदा, उस गल नूं मन लईए। उहनूं बिल्कुल नहीं मन्निया। इसलिए सतगुरु जी
ਹਉਮੈ ਦੀ ਗੱਲ ਕਰਦੇ ਕੋਈ ਆਸਕ ਕੀ ਵਾਰ ਦੇ ਅੰਦਰ ਹਰ ਰੋਜ਼ ਸਾਨੂੰ ਇਹ ਬਾਤ ਕਹਿੰਦੇ ਹਉ ਵਿੱਚ ਵੇਖ ਤੇਰਾ ਆਉਣਾ ਵੀ ਹਉਮੈ ਵਿੱਚ ਹੈ। ਕਿਉਂਕਿ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਇਹ ਸਭ ਕੁਝ ਛੱਡਿਆ ਜਾ ਸਕਦਾ ਪਰ ਨਹੀਂ ਛੱਡੀ ਜਾ ਸਕਦੀ, ਤੇ ਇੱਕ ਹਉਮੈ ਨਹੀਂ ਛੱਡੀ ਜਾ ਸਕਦੀ। ਉਹ ਗਰੀਬ ਕੋਲ ਵੀ ਹੈ, ਉਹ ਅਮੀਰ ਕੋਲ ਵੀ ਹੈ। ਆਪਾਂ ਕਹਾਂਗੇ ਵੀ ਗਰੀਬ ਕੋਲ ਕਾਦੀ ਹੈ ਹਉਮੈ, ਗਰੀਬ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਹਉਮੈ ਕਰਦਾ ਹੈ। ਸ਼ਿਕਾਰ ਹੈ ਆਪੋ ਆਪਣੇ, ਆਪੋ ਆਪੀ ਦਾ ਸ਼ਿਕਾਰ ਹੈ ਹਰੇਕ ਬੰਦਾ। ਜਿਹਦੇ ਕੋਲ ਪੈਸਾ ਨਹੀਂ ਉਹ ਵੀ, ਜਿਹਦੇ ਕੋਲ ਪੈਸਾ ਹੈ ਉਹ ਵੀ। ਤੇ ਸਤਿਗੁਰਾਂ ਨੇ ਇੱਥੋਂ ਤੱਕ ਕਿਹਾ ਵੀ ਜੀਵ ਤੇ ਆਇਆ ਵੀ ਹਉਮੈ ਵਿੱਚ ਹੈ, ਜਾਂਦਾ ਵੀ ਹਉਮੈ ਵਿੱਚ ਹੈ, ਜੰਮਦਾ ਵੀ ਹਉਮੈ ਵਿੱਚ ਹੈ, ਮਰਦਾ ਵੀ ਹਉਮੈ ਵਿੱਚ। ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਹਰ ਰੋਜ਼ ਕਹਿੰਦੇ ਖੌਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਬੰਦਾ ਆਉਂਦਾ ਵੀ ਹਉਮੈ ਵਿੱਚ ਹੈ, ਜਾਂਦਾ ਵੀ ਹਉਮੈ ਵਿੱਚ ਹੈ, ਜੰਮਦਾ ਵੀ ਹਉਮੈ ਵਿੱਚ ਹੈ, ਤੇ ਸਤਿਗੁਰੂ ਜੀ ਕਹਿੰਦੇ ਮਰਦਾ ਵੀ ਹਉਮੈ ਵਿੱਚ ਹੈ। ਸਾਰੀ ਜ਼ਿੰਦਗੀ ਇਹਨੂੰ ਹਉਮੈ ਚਿੰਬੜੀ ਰਹਿੰਦੀ ਹੈ। ਹੈਂਕੜਬਾਜੀ, ਹੰਕਾਰ। ਵੇਖੋ ਨਾ ਕਿੱਡੇ ਲੋਕ ਅਮੀਰ ਹੁੰਦੇ ਆ, ਤੇ ਸੱਚ ਹੈ ਉਹਨਾਂ ਨੂੰ ਹੰਕਾਰ ਹੁੰਦਾ ਇਸ ਗੱਲ ਦਾ, ਪਰ ਪਤਾ ਨਹੀਂ ਜਿੱਦਣ ਤੂੰ ਸੜ ਜਾਣਾ ਹੈ ਉਦਣ ਹਉਮੈ ਵੀ ਨਾਲ ਹੀ ਖਤਮ ਹੋ ਜਾਣੀ ਹੈ, ਸੜ ਜਾਣੀ ਹੈ। ਇਹਨੇ ਰੱਬ ਦੇ ਘਰ ਦੇ ਅੰਦਰ ਤੈਨੂੰ ਜਗ੍ਹਾ ਨਹੀਂ ਦਿਵਾਣੀ। ਇਸ ਲਈ ਬੰਦਾ ਹਉਮੈ ਵਿੱਚ ਹੀ ਆਉਂਦਾ ਹੈ, ਹਉਮੈ ਵਿੱਚ ਹੀ ਜਾਂਦਾ ਹੈ, ਹਉਮੈ ਵਿੱਚ ਹੀ ਜੰਮਦਾ ਹੈ, ਤੇ ਹਉਮੈ ਵਿੱਚ ਹੀ ਮਰ ਜਾਂਦਾ ਹੈ। ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਕਹਿੰਦੇ ਜੇ ਕਿਸੇ ਨੂੰ ਕੁਝ ਦਿੱਤਾ ਵੀ ਉਹ ਵੀ ਹਉਮੈ ਕਰਕੇ ਦਿੱਤਾ ਹੈ। ਕੋਈ ਚੀਜ਼ ਮੰਗਣ ਆਉਂਦਾ ਹੈ, ਪਤਾ ਉਹ ਲੋੜਵੰਦ ਹੈ, ਤੇ ਚੀਜ਼ ਉਹਨੇ ਵਾਪਸ ਕਰਨੀ ਹੈ, ਨਹੀਂ ਵੀ ਆਪ ਰੱਖ ਲੈਣੀ ਹੈ। ਇੱਕ ਇਹ ਵੀ ਹਉਮੈ ਆ ਵੀ ਚੀਜ਼ ਦੇਣ ਲੱਗਿਆ 10 ਜਣਿਆਂ ਨੂੰ ਵਿਖਾ ਕੇ ਦਿੰਦਾ ਵੀ ਆ ਮੇਰੀ ਚੀਜ਼ ਹੈ ਤੇ ਮੈਂ ਇਹਨੂੰ ਦੇਣ ਲੱਗਾ, ਇਹਦਾ ਕੀ ਪਤਾ ਕੱਲ ਨੂੰ ਮੁੱਕਰ ਜੇ। ਹਉਮੈ ਵਿੱਚ ਦਿੱਤਾ। ਜਾਂ ਕਿਸੇ ਨੂੰ ਕੁਝ ਦਿੰਨੇ ਆ ਤੇ ਵੱਡਾ ਸਮਾਰੋਹ ਕਰਦੇ ਆ, ਸਮਾਗਮ ਕਰਦੇ ਲੋਕੀ ਕਰਦੇ ਆ ਨਾ, ਵੱਡੇ ਵੱਡੇ ਸਮਾਰੋਹ ਕਰਦੇ ਆ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ, ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਣ, ਤੇ ਕਿਸੇ ਨੂੰ ਕੁਝ ਦਿੱਤਾ ਜਾ ਰਿਹਾ ਹੈ ਤੇ ਪਤਾ ਲੱਗ ਜੇ ਸਾਰੇ ਲੋਕਾਂ ਨੂੰ ਵੀ ਇਹ ਵੱਡਾ ਦਾਨੀ ਹੈ। ਇਸ ਲਈ ਵੱਡਾ ਸਮਾਗਮ, ਵੱਡੀ ਭੀੜ, ਦੇਣ ਵਾਲਾ ਹਉ ਵਿੱਚ ਦਿੱਤਾ ਦਾ ਮਤਲਬ ਸਮਝੋ। ਹਉ ਵਿੱਚ ਦਿੱਤਾ, ਹਉਮੈ ਵਿੱਚ ਦਿੱਤਾ ਹੈ। ਜੇ ਚੰਦ ਗਰੀਬ ਬੱਚਿਆਂ ਨੂੰ ਵਰਦੀਆਂ ਵੰਡ ਦਿੱਤੀਆਂ ਤੇ ਲੱਖਾਂ ਲੋਕਾਂ ਵਿੱਚ ਵੰਡੀਆਂ ਨੇ, ਕਾਰਨ ਕੀ ਹੈ ਕਿ ਜਿੰਨੇ ਇਹ ਲੋਕ ਨੇ, ਜੇ ਲੱਖ ਨੇ ਤੇ 1000 ਬੰਦਾ ਤੇ ਮੇਰੀ ਸਿਫਤ ਕਰੇਗਾ ਨਾ। ਹਉਮੈ ਨੂੰ ਪੱਠੇ ਪਾਉਣ ਦੀ ਗੱਲ ਹੈ। ਦਾਨ ਪੁੰਨ ਤੇ ਗੁਪਤ ਵੀ ਹੋ ਸਕਦਾ ਹੈ, ਬਿਨਾਂ ਦੱਸੇ ਵੀ ਹੋ ਸਕਦਾ ਹੈ, ਪਰ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਲੋਕ ਵਿਖਾਵਾ ਕਰਕੇ ਦਿੱਤਾ ਜਾ ਰਿਹਾ ਦਾਨ, ਤੇ ਕੀ ਕਹੇ ਫਿਰ ਹਉ ਵਿੱਚ ਦਿੱਤਾ, ਹਉ ਵਿੱਚ ਦਿੱਤਾ, ਹਉਮੈ ਕਰਕੇ ਦਿੱਤਾ। ਜੇ ਕਿਸੇ ਨੂੰ ਕੁਝ ਦਿੰਨੇ ਆ ਤੇ ਮੈਂ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਸਾਡੀ ਪਾਟੀ ਪੁਰਾਣੀ, ਕੋਈ ਕੋਟੀ ਪਾਟਾ ਪੁਰਾਣਾ, ਕੋਇਆ ਸੂਟ ਕਿਸੇ ਗਰੀਬ ਨੂੰ ਦੇ ਦਿੰਨੇ ਆ, ਆਪਣਾ ਹੰਢਾ ਕੇ ਲਾ ਕੇ। ਜਦੋਂ ਗਰੀਬ ਪਾ ਕੇ ਕੋਲੋਂ ਦੀ ਲੰਘਦਾ ਤੇ 10 ਜਣਿਆਂ ਨੂੰ ਦੱਸ ਦਿਆਂ ਵੀ ਆਹ ਕੱਪੜਾ ਮੇਰਾ ਦਿੱਤਾ ਹੋਇਆ, ਹਉਮੈ ਵਿੱਚ ਦਿੱਤਾ। ਆਹ ਕੱਪੜਾ ਮੇਰਾ ਦਿੱਤਾ ਹੋਇਆ, ਇਹਨੂੰ ਤਨ ਢੱਕਣ ਲਈ। ਵੇਖ ਬਹੁਤ ਮਹਿੰਗਾ ਕੱਪੜਾ ਸੀ, ਤੇ ਮਹਿੰਗਾ ਸੀ ਤੂੰ ਆਪਣੇ ਘਰ ਰੱਖ ਲੈਂਦਾ, ਉਹਨੂੰ ਕਿਉਂ ਦਿੱਤਾ? ਕਿਉਂਕਿ ਹੁਣ ਫਟ ਗਿਆ ਸੀ, ਰਫੂ ਕਰਾਉਣਾ ਪੈਣਾ ਸੀ, ਪਾਣ ਲਾਇਕ ਨਹੀਂ ਸੀ ਰਿਹਾ, ਤਾਂ ਦੇ ਦਿੱਤਾ। ਔਰ ਤਾਂ ਦੇ ਕੇ ਵੀ ਜਿਤਾਇਆ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਹਉ ਵਿੱਚ ਦਿੱਤਾ। ਜੇ ਕਿਸੇ ਗਰੀਬ ਨੂੰ ਦੇ ਦਿੰਦੇ ਹੋ ਫਿਰ ਜਿਤਾਇਆ ਨਾ ਕਰੋ। ਜੇ ਕਿਸੇ ਗਰੀਬ ਨੂੰ ਕੁਝ ਦਿੰਦੇ ਹੋ ਨਾ ਤੇ ਫਿਰ ਜਿਤਾਇਆ ਨਾ ਕਰੋ ਵੀ ਅਸੀਂ ਦਿੰਨੇ ਆ।
ਤੂੰ ਤੇ ਦੇਣ ਵਾਲਾ ਹੈ ਹੀ ਨਹੀਂ, ਦੇਣ ਵਾਲਾ ਦਾਤਾਰ ਹੈ, ਤੂੰ ਕੁਝ ਦੇ ਹੀ ਨਹੀਂ ਸਕਦਾ। ਜੇ ਮਨੁੱਖੀ ਬਿਰਤੀ ਨੂੰ ਵੇਖੀਏ, ਸੱਚਾ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ। ਕਿਉਂ? ਕਿਉਂਕਿ ਜੇ ਅਸੀਂ ਦਿੰਨੇ ਆ ਉਦੋਂ ਵੱਧ ਅਸੀਂ ਜਿਤਾਉਂਦੇ ਆ, ਤੇ ਫਿਰ ਅਸੀਂ ਦੇਣ ਵਾਲੇ ਕਿੱਥੋਂ ਗਏ? ਦੇਣ ਵਾਲਾ ਤੇ ਉਹ ਹੈ ਜਿਹੜਾ ਦੇ ਕੇ ਜਿਤਾਉਂਦਾ ਨਹੀਂ, ਜਿਹੜਾ ਦੇ ਕੇ ਭੁੱਲ ਜਾਂਦਾ ਹੈ। ਤਾਂ ਉਹਨੂੰ ਬੇਪਰਵਾਹ ਕਿਹਾ, ਮੇਰੇ ਮਾਲਕ ਨੂੰ, ਮੇਰੇ ਸਾਹਿਬ ਨੂੰ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਇਹ ਬਿਰਤੀ ਵਾਲੇ ਵੀ ਲੋਕ ਨੇ। ਜਦੋਂ ਕਿਸੇ ਤੋਂ ਕੁਝ ਲੈਂਦੇ ਨੇ ਨਾ, ਉਹ ਵੀ ਹੰਕਾਰ ਵਸ ਹੋ ਕੇ ਲੈਂਦੇ। ਆਪਾਂ ਕਹਾਂਗੇ ਉਹ ਹੰਕਾਰ ਵਸ ਹੋ ਕੇ ਕਿਵੇਂ? ਅਗਲਾ ਕਹਿੰਦਾ, ਭਰਾਵਾ ਵੇਖ, ਮੈਨੂੰ ਲੋੜ ਤੇ ਨਹੀਂ ਸੀ ਤੇਰੀ ਇਸ ਚੀਜ਼ ਦੀ ਪੈਣੀ, ਪਰ ਅੱਜ ਪੈ ਗਈ ਇਹ, ਕੋਈ ਗੱਲ ਨਹੀਂ, ਅਸੀਂ ਵੀ ਲੈ ਆਵਾਂਗੇ। ਨਾਲੇ ਤੇ ਅਗਲੇ ਦੀ ਚੀਜ਼ ਲੈ ਜਾਣੀ ਹੈ, ਤੇ ਨਾਲੇ ਇਹ ਜਿਤਾ ਦੇਣਾ ਵੀ ਸਾਡੇ ਕੋਲ ਪੈਸਾ ਬੜਾ ਹੈ, ਪਰ ਰੱਬ ਸਬੱਬੀ ਤੇਰੀ ਇਸ ਚੀਜ਼ ਦੀ ਸਾਨੂੰ ਲੋੜ ਪੈ ਗਈ ਤੇ ਤੂੰ ਸਾਨੂੰ ਦੇ ਦੇ। ਹਉਮੈ ਵਿੱਚ ਹੀ ਲੈਂਦਾ ਹੈ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਲੈਂਦਾ ਵੀ ਹਉਮੈ ਵਿੱਚ ਹੈ। ਜੇ ਕਿਸੇ ਤੋਂ ਕੁਝ ਲੈਂਦਾ ਨਾ, ਉਹ ਵੀ ਹਉਮੈ ਕਰਕੇ ਲੈਂਦਾ ਹੈ, ਤੇ ਅਗਲੇ ਨੂੰ ਜਿਤਾਂਦਾ ਨਾਲੇ ਵੀ ਮੇਰੇ ਕੋਲ ਬਹੁਤ ਕੁਝ ਹੈ, ਬੜਾ ਧਨਾੜ ਆ ਮੈਂ, ਪਰ ਅੱਜ ਇਸ ਚੀਜ਼ ਦੀ ਲੋੜ ਪੈ ਗਈ, ਕੋਈ ਗੱਲ ਨਹੀਂ, ਤੂੰ ਅੱਜ ਸਾਨੂੰ ਇਹ ਡੰਗ ਸਾਰਨ ਲਈ ਦੇ ਦੇ। ਤੇ ਫਿਰ ਕਦੀ ਅਸੀਂ ਇਹ ਜਿਹੜੀ ਚੀਜ਼ ਹੈ ਲੈ ਆਵਾਂਗੇ। ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ। ਹਉਮ ਵਿੱਚ ਸਚਿਆਰ ਕੂੜਿਆਰ। ਹਉਮ ਵਿੱਚ ਸਚਿਆਰ ਕੂੜਿਆਰੇ ਦਾ ਮਤਲਬ ਇਹ ਨਹੀਂ ਕਿ ਹਉਮੈ ਵਿੱਚ ਸਚਿਆਰ ਬਣ ਜਾਂਦਾ ਤੇ ਹਉਮੈ ਵਿੱਚ ਕੂੜਿਆਰ ਨਹੀਂ। ਇਹਦਾ ਮਤਲਬ ਹੈ ਹਉਮ ਵਿੱਚ ਸਚਿਆਰ ਕੂੜਿਆਰ। ਜਿਹੜਾ ਬੰਦਾ ਹਉਮੈ ਦਾ ਸ਼ਿਕਾਰ ਹੋ ਜਾਂਦਾ ਨਾ, ਸੱਚ ਹੈ ਉਹ ਜਿੱਡਾ ਮਰਜੀ ਸਚਿਆਰ ਹੋਵੇ, ਪਰ ਜਿਹੜਾ ਹਉਮੈ ਦਾ ਸ਼ਿਕਾਰ ਹੋ ਗਿਆ, ਰੱਬ ਦੀ ਨਿਗਾਹ ਵਿੱਚ ਉਹ ਕੁੜਿਆਰ ਬਣ ਜਾਂਦਾ ਹੈ, ਉਹ ਸਚਿਆਰ ਨਹੀਂ ਰਹਿੰਦਾ। ਕਿਉਂਕਿ ਜਦੋਂ ਸਚਿਆਰ, ਮੈਂ ਪਹਿਲਾਂ ਕਿਹਾ ਨਾ ਕਿ ਜਿਹੜਾ ਭਗਤੀ ਕਰਨ ਵਾਲਾ ਉਹ ਇਹਨਾਂ ਚਾਰਾਂ ਨੂੰ ਵਸ ਵਿੱਚ ਕਰ ਲੇਗਾ, ਪਰ ਜੇ ਉਹ ਭਗਤੀ ਕਰਨ ਵਾਲਾ ਸਚਿਆਰ ਬਣ ਚੁੱਕਾ ਹੈ ਤੇ ਸਚਿਆਰ ਬਣਨ ਵਾਲੇ ਨੂੰ ਹਉਮੈ ਦੀਰਘ ਰੋਗ ਹੈ, ਇਹ ਰੋਗ ਲੱਗ ਗਿਆ, ਤੇ ਫਿਰ ਤੇ ਉਹ ਕੁੜਿਆਰ ਬਣ ਗਿਆ ਨਾ। ਚਾਰਾਂ ਨੂੰ ਵਸ ਵਿੱਚ ਕਰਕੇ ਸਚਿਆਰ ਬਣਿਆ ਸੀ ਕਿ ਕਾਮ ਵੀ ਮਾਰ ਲਿਆ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ। ਪਰ ਇੱਕ ਚੀਜ਼ ਵਸ ਵਿੱਚ ਨਹੀਂ ਹੋਈ, ਉਹ ਕੀ ਸੀ? ਹੰਕਾਰ। ਕਿਉਂਕਿ ਆਪਣੀ ਕੀਤੀ ਕੋਈ ਭਗਤੀ ਦਾ, ਕੀਤੇ ਕੋਈ ਸਾਧਨਾ ਦਾ, ਕੀਤੇ ਕੋਈ ਸਿਮਰਨ ਦਾ ਹੀ ਹੰਕਾਰ ਹੋ ਗਿਆ, ਸਚਿਆਰ ਬਣ ਗਿਆ ਸੀ। ਲੋਕੀ ਵੀ ਕਹਿੰਦੇ ਸੀ ਇਹ ਸਚਿਆਰ ਬੰਦਾ ਹੈ, ਪਰ ਜਿਵੇਂ ਲੋਕਾਂ ਨੇ ਉਸਤਤ ਕੀਤੀ, ਵਾਹ ਦੇ ਘੋੜੇ ਚੜ ਗਿਆ ਵੀ ਮੇਰੇ ਵਰਗਾ ਤੇ ਸਚਿਆਰ ਹੀ ਕੋਈ ਨਹੀਂ ਦੁਨੀਆ ਤੇ। ਇਸ ਲਈ ਉਹ ਵੀ ਇਹਦਾ ਸ਼ਿਕਾਰ ਹੋ ਗਿਆ। ਹਉ ਵਿੱਚ ਸਚਿਆਰ ਕੂੜਿਆਰ। ਕਹਿੰਦੇ ਸੱਚਾ ਥੋੜਾ ਰਿਹਾ, ਕੁੜਿਆਰ ਬਣ ਗਿਆ। ਹਉ ਵਿੱਚ ਪਾਪ ਪੁੰਨ ਵਿਚਾਰ। ਕਹਿੰਦੇ ਹਉਮੈ ਵਿੱਚ ਹੀ ਅਸੀਂ ਪਾਪ ਕਰਦੇ ਹਾਂ, ਹਉਮੈ ਵਿੱਚ ਹੀ ਪੁੰਨ ਕਰ। ਕਿਉਂਕਿ ਗੱਲਾਂ ਡੂੰਘੀਆਂ ਨੇ, ਪੰਕਤੀਆਂ ਛੋਟੀਆਂ ਨੇ, ਅਰਥ ਬੜੇ ਡੂੰਘਾਈ ਵਾਲੇ ਨੇ। ਜੇ ਵਿਚਾਰੀਏ ਬੜੀ ਡੀਪਲੀ ਜਾਇਆ ਜਾ ਸਕਦਾ ਹੈ ਵੀ ਹਉ ਵਿੱਚ ਪਾਪ। ਪਾਪ ਕਿਵੇਂ ਹਉਮੈ ਵਿੱਚ ਹੁੰਦਾ? ਆਪਾਂ ਕਹਾਂਗੇ ਚਲੋ ਪੁੰਨ ਤੇ ਹਉਮੈ ਵਿੱਚ ਹੋ ਗਿਆ। ਜਿਹੜਾ ਪੁੰਨ ਹੈ ਉਹ ਤੇ ਆਪਾਂ ਹਉਮੈ ਵਿੱਚ ਕਰ ਦਿੱਤਾ ਵੀ ਹਾਂ ਅਸੀਂ ਕਿਸੇ ਨੂੰ ਕੁਝ ਦਿੱਤਾ ਹੈ ਤੇ ਇਸ ਗੱਲ ਦਾ ਹੰਕਾਰ ਸਾਨੂੰ ਹੋਵੇਗਾ। ਪਰ ਪਾਪ ਕਿਵੇਂ? ਸਮਝੋ ਗੱਲ ਨੂੰ। ਵੱਡੇ ਵੱਡੇ ਅਮੀਰਜ਼ਾਦੇ ਔਰ ਵਿਗੜੇ ਹੋਏ ਮਾਂ ਪਿਓ ਦੀਆਂ ਔਲਾਦਾਂ, ਜਿਨ੍ਹਾਂ ਨੂੰ ਬੇਅੰਤ ਪੈਸਾ ਮਾਂ ਪਿਓ ਦਿੰਦਾ ਹੈ, ਮੂੰਹ ਮੰਗਿਆ, ਵੱਡੀਆਂ ਵੱਡੀਆਂ ਗੱਡੀਆਂ, ਸਭ ਕੁਝ ਜਿਨ੍ਹਾਂ ਨੂੰ ਮਿਲਦਾ ਘਰੋਂ, ਉਹ ਵਿਗੜੀਆਂ ਹੋਈਆਂ ਮਾਂ ਪਿਓ ਦੀਆਂ ਔਲਾਦਾਂ ਬਾਹਰ ਜਾ ਕੇ ਕਿਸੇ ਧੀ ਭੈਣ ਦੇ ਨਾਲ ਪਾਪ ਕਰਦੇ ਆ। ਕਿਸੇ ਗਰੀਬ ਦੇ ਥੱਪੜ ਮਾਰ ਕੇ ਉਹਦੇ ਤੇ ਆਪਣਾ ਰੋਬ ਜਮਾਉਂਦੇ ਆ। ਹਉਮੈ ਵਿੱਚ ਪਾਪ। ਹਉਮੈ ਕਰਕੇ ਬੰਦਾ ਪਾਪ ਕਰਦਾ ਹੈ। ਕਿਸੇ ਗਰੀਬ ਦੀ ਰੇੜੀ ਤੋਂ ਜਾਂ ਕਿਸੇ ਗਰੀਬ ਦੇ ਕੋਲ ਖਲੋ ਕੇ ਜੋ ਕੁਝ ਵੇਚਦਾ ਉਹ ਲੈ ਲਿਆ, ਤੇ ਲੈਣ ਤੋਂ ਬਾਅਦ ਜਦੋਂ ਉਹਨੇ ਪੈਸੇ ਮੰਗੇ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਓਏ, ਮੈਂ ਫਲਾਣੇ ਅਫਸਰ ਦਾ ਬੇਟਾ, ਮੈਂ ਫਲਾਣੇ ਗੁੰਡੇ ਬਦਮਾਸ਼ ਦਾ ਵਾਂ, ਮੈਂ ਫਲਾਣੇ ਦਾ ਵਾਂ,
ਇਹ ਕਹਿ ਕੇ ਅਗਲੇ ਦੇ ਮੂੰਹ ਤੇ ਚਪੇੜ ਮਾਰ ਕੇ ਅਗਲੇ ਤੋਂ ਚੀਜ਼ ਲੈਣ ਲਈ ਪਾਪ ਹੈ ਨਾ। ਜੋ ਕੁਝ ਕਰ ਰਿਹਾ ਉਹ ਪਾਪ ਹੈ ਨਾ। ਪਰ ਪਾਪ ਕਾਹਦੇ ਲਈ ਕਰ ਰਿਹਾ ਹੈ? ਹੰਕਾਰ ਕੇ ਅੰਦਰ ਹਉਮੈ ਹੈ ਕਿ ਸਾਡੀ ਦੂਰ ਦੂਰ ਤੱਕ ਚੱਲਦੀ ਹੈ। ਉਹ ਕ੍ਰਾਈਮ ਵੀ ਕਰਦਾ, ਉਹਨੂੰ ਪਤਾ ਹੈ ਮੈਂ ਛੁੱਟ ਕੇ ਆ ਜਾਣਾ ਕਿਉਂਕਿ ਪਿੱਛੇ ਬੈਕਗ੍ਰਾਉਂਡ ਤਗੜਾ ਹੈ। ਗਰੀਬ ਕ੍ਰਾਈਮ ਕਰਦਾ ਹੈ ਤੇ ਉਹਨੂੰ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ। ਅਮੀਰ ਕ੍ਰਾਈਮ ਕਰਦਾ ਹੈ 2 ਦਿਨਾਂ ਬਾਅਦ ਛੁੱਟ ਕੇ ਫਿਰ ਘਰੇ ਵਾਪਸ ਆ ਜਾਂਦਾ। ਕਾਰਨ ਕੀ ਹੈ? ਕਿ ਪਾਪ ਕਰਦਾ ਹਉਮੈ ਵਿੱਚ ਆ ਕੇ। ਹਉ ਵਿੱਚ ਪਾਪ ਪੁੰਨ ਵਿਚਾਰ। ਜੇ ਪਾਪ ਵੀ ਕਰਦੇ ਉਹ ਵੀ ਹਉਮੈ ਵਿੱਚ ਕਰਦਾ ਹੈ। ਅੰਦਰ ਪਿੱਛੇ ਹੰਕਾਰ ਟਿਕਿਆ ਹੋਇਆ ਹੈ ਕਿ ਮੈਨੂੰ ਕਿੰਨੀ ਕੁ ਦੇਰ ਜੇਲ੍ਹ ਵਿੱਚ ਰੱਖ ਲੈਣਗੇ। ਇਹਨਾਂ ਕੋਲ ਇੰਨੀ ਤਾਕਤ ਨਹੀਂ ਕਿ ਮੈਨੂੰ ਜੇਲ੍ਹ ਵਿੱਚ ਰੱਖ ਸਕਣ, ਮੈਂ ਤੇ ਛੁੱਟ ਕੇ ਆ ਜਾਣਾ ਹੈ। ਇਸ ਕਰਕੇ ਇਹ ਪਾਪ ਕਰਦਾ। ਹਉ ਵਿੱਚ ਨਰਕ ਸੁਰਗ ਅਵਤਾਰ। ਪਾਪ ਤੇ ਪੁੰਨ ਦੀ ਅੱਗੇ ਗੱਲ ਹੈ। ਹਉ ਵਿੱਚ ਪਾਪ ਪੁੰਨ ਵਿਚਾਰ ਬੜੇ ਐਸੇ ਤੁਸੀਂ ਵੇਖਿਆ ਨਾ, ਯੂਪੀ ਦੇ ਅੰਦਰ ਸ਼ਾਇਦ ਉਹ ਘਟਨਾ ਵਾਪਰੀ ਸੀ। ਇੱਕ ਬੱਚੀ ਦੇ ਨਾਲ ਉਹਨਾਂ ਨੇ ਜ਼ਬਰ ਜਨਾਹ ਕੀਤਾ, ਪਰ ਉਹ ਮਿੱਟੀ ਪਾ ਦਿੱਤੀ ਗਈ ਕੇਸ ਉੱਪਰ। ਕਿਉਂ? ਕਿਉਂਕਿ ਉਹ ਵੱਡੇ ਵੱਡੇ ਅਫਸਰਾਂ ਦੇ ਬੇਟੇ ਸਨ। ਤੇ ਐਸਾ ਇੱਕ ਨਹੀਂ ਹੈ, ਅਨੇਕ ਕੇਸ ਨੇ ਜਿਨ੍ਹਾਂ ਦੀ ਬੇਪਤ ਇੱਜ਼ਤ ਕੀਤੀ ਜਾਂਦੀ ਤੇ ਪੈਸੇ ਦਿੱਤੇ ਜਾਂਦੇ ਅਗਲੇ ਦਾ ਮੂੰਹ ਬੰਦ ਕਰਨ ਲਈ। ਪਾਪ ਹੈ ਨਾ। ਪਹਿਲਾਂ ਪਾਪ ਕਰ ਲਿਆ, ਪਾਪ ਕਰਨ ਤੋਂ ਬਾਅਦ ਅਗਲੇ ਨੂੰ ਜਾ ਕੇ ਧਮਕਾਇਆ, ਡਰਾਇਆ, ਪੈਸੇ ਲੈ ਲਓ, ਪੈਸੇ ਲੈ ਲਓ, ਪੈਸੇ ਦੇ ਦੇਵਾਂਗੇ, ਪਰ ਮੂੰਹ ਖੋਲਿਆ ਤੇ ਮੌਤ ਮਿਲੇਗੀ। ਜੇ ਕੋਰਟ ਕਚਹਿਰੀ ਚ ਕਿਤੇ ਵੀ ਜਾ ਕੇ ਥਾਣੇ ਚ ਮੂੰਹ ਖੋਲਿਆ ਤੇ ਮੌਤ ਮਿਲੇਗੀ। ਪੈਸੇ ਦੇ ਦਿੰਨੇ ਆ, ਪੈਸੇ ਲੈ ਕੇ ਚੁੱਪ ਕਰ ਜਾਓ। ਪਰ ਜਿਹੜਾ ਅਗਲਾ ਆਪਣੀ ਅਣਖ ਦਾ ਪੱਕਾ ਹੁੰਦਾ, ਉਹ ਕਹਿੰਦਾ ਤੂੰ ਮੇਰੀ ਬੱਚੀ ਦੀ ਇੱਜ਼ਤ ਵਾਪਸ ਕਰ ਸਕਦਾ ਹੈ? ਇੱਜ਼ਤ ਵਾਪਸ ਹੋ ਸਕਦੀ ਹੈ? ਨਹੀਂ ਹੋ ਸਕਦੀ। ਪੈਸੇ ਨਾਲ ਅਗਲੇ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ। तमाम ਬੜੇ ਲੋਕੀ ਸੰਸਾਰ ਦੀ ਧਰਤੀ ਤੇ ਪਾਪੀ ਤੋਂ ਪਾਪੀ ਬੈਠੇ ਆ। ਇਸ ਲਈ ਪਾਪ ਕਰਦਾ ਹੀ ਤਾਂ ਹੈ ਕਿਉਂਕਿ ਉਹਦੇ ਕੋਲ ਪੈਸੇ ਦਾ ਹੰਕਾਰ ਹੈ, ਰੁਤਬੇ ਦਾ ਹੰਕਾਰ ਹੈ। ਕਿਸੇ ਕਾਰਨ ਕਰਕੇ ਹੰਕਾਰੀ ਬਣ ਕੇ ਪਾਪ ਕਰਦਾ ਹੈ। ਹਉ ਵਿੱਚ ਪਾਪ ਪੁੰਨ ਵਿਚਾਰ। ਪੁੰਨ ਵੀ ਜੇ ਕਰਦੇ ਆ ਤੇ ਉਹ ਵੀ ਸਾਡਾ, ਮੈਂ ਪਹਿਲਾਂ ਜ਼ਿਕਰ ਕਰ ਦਿੱਤਾ, ਪੁੰਨ ਵੀ ਕਰਿਆ ਹੋਇਆ। ਕਿਸੇ ਗਰੀਬ ਨੂੰ ਰੋਟੀ ਵੀ ਖਵਾ ਦਿੱਤੀ, ਜਿੰਨਾ ਤੱਕ 15 ਬੰਦਿਆਂ ਨੂੰ ਦੱਸਦੇ ਨਹੀਂ ਉਹਨਾਂ ਤੱਕ ਢਿੱਡ 'ਚ ਸ਼ਾਂਤੀ ਨਹੀਂ ਆਉਂਦੀ, ਅੰਤਰਾਤਮੇ ਸ਼ਾਂਤੀ ਨਹੀਂ ਆਉਂਦੀ। ਪਾਪ ਕਰਦਾ ਬੰਦਾ ਉਹ ਵੀ ਹਉਮੈ ਵਿੱਚ, ਪੁੰਨ ਕਰਦਾ ਬੰਦਾ ਉਹ ਵੀ ਹਉਮੈ ਵਿੱਚ। ਸਾਡਾ ਸਭ ਕੁਝ ਹਉਮੈ 'ਚ ਹੈ। ਹਉ ਵਿੱਚ ਨਰਕ ਸੁਰਗ ਅਵਤਾਰ। ਸਭ ਕਹਿੰਦੇ ਹਉਮੈ ਵਿੱਚ ਹੀ ਨਰਕ ਹੈ। ਹਉਮੈ ਵਿੱਚ ਬੰਦੇ ਦਾ ਸਵਰਗ ਵੀ ਨਰਕ ਬਣ ਜਾਂਦਾ ਹੈ। ਜਿਹੜਾ ਸਵਰਗਮਈ ਜ਼ਿੰਦਗੀ ਬਤੀਤ ਕਰਦਾ ਨਾ, ਸਭ ਕੁਝ ਹੈ, ਸਭ ਫੈਸਿਲਿਟੀਆਂ ਨੇ, ਸਭ ਕੁਝ ਦਿੱਤਾ ਮਾਲਕ ਨੇ। ਸਵਰਗੀ ਹੈ ਨਾ ਜੀ, ਜਿਹਨੂੰ ਸਭ ਕੁਝ ਮਿਲਿਆ। ਏਸੀ ਵਿੱਚ ਬਹਿੰਦਾ ਤੇ ਏਸੀ 'ਚ ਨਿਕਲਦਾ ਹੈ। ਰੂਮ ਵੀ ਏਸੀ ਨੇ ਤੇ ਗੱਡੀਆਂ ਵੀ ਏਸੀ ਨੇ। ਸਵਰਗੀ ਹੈ ਨਾ। ਖਾਣ ਪੀਣ ਲਈ ਵਧੀਆ ਨੌਕਰ ਚਾਕਰ ਨੇ, ਸਭ ਕੁਝ ਹੈਗਾ। ਆਪਾਂ ਇਹਨੂੰ ਹੀ, ਸਾਡੇ ਲੋਕ, ਸਮਾਜਿਕ ਲੋਕ ਇਹਨੂੰ ਹੀ ਸਮਝਦੇ ਆ ਵੀ ਇਹ ਸਵਰਗ ਵਾਲੀ ਜ਼ਿੰਦਗੀ ਹੈ, ਪਰ ਉਹ ਨਰਕ ਭੋਗ ਰਿਹਾ, ਸਵਰਗ ਨਹੀਂ ਹੈ। ਪਤਾ ਨਹੀਂ ਕਿੰਨੇ ਕੋ ਨੇ ਪਾਪ ਕੀਤੇ ਹੋਣੇ ਨੇ ਇਦਾਂ ਦਾ ਸਵਰਗ ਲੈਣ ਲਈ। ਯਾਦ ਰੱਖਿਓ ਜੀ, ਇਦਾਂ ਦਾ ਸਵਰਗ ਲੈਣ ਲਈ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹੋਣਗੇ, ਫਿਰ ਇਦਾਂ ਦਾ ਸਵਰਗ ਮਿਲਿਆ ਜਿਹਨੂੰ ਤੁਸੀਂ ਲੋਕ ਸਵਰਗ ਕਹਿੰਦੇ ਹੋ। ਇਹ ਸਵਰਗ ਨਹੀਂ ਹੈ। ਹਉ ਵਿੱਚ ਨਰਕ ਸੁਰਗ ਅਵਤਾਰ। ਹਉਮੈ ਵਿੱਚ ਹੀ ਸਵਰਗ ਵਾਲੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ। ਸਵਰਗ ਵਾਲੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਜਦੋਂ ਉਹ ਕੋਈ ਬੇਕੂਫੀ ਕਰਦਾ ਹੈ। ਵੇਖੋ ਨਾ, ਬੇਕੂਫੀ ਕਰਦਾ ਹੈ, ਐਸ਼ੋ ਆਰਾਮ ਦੀ ਜ਼ਿੰਦਗੀ ਤੇ ਕਿਤੇ ਜੇਲ੍ਹ ਦੀ ਜ਼ਿੰਦਗੀ, ਕਿਤੇ ਵੱਡੇ ਵੱਡੇ 5 ਸਟਾਰ ਹੋਟਲਾਂ 'ਚ ਖਾਣਾ,
ਤੇ ਕਿਤੇ ਆਮ ਕੈਦੀਆਂ ਵਾਲੀ ਦਾਲ ਤੇ ਰੋਟੀ ਮਿਲਣੀ। ਹੁੰਦਾ ਨਾ ਜੀ, ਸਮਾਜ 'ਚ ਬੜਾ ਕੁਝ ਐਸਾ ਹੁੰਦਾ। ਸਰਸੇ ਵਾਲੇ ਵਰਗੇ ਕਈ ਮਾਫ ਕਰਨਾ, ਕਈ ਐਸੇ ਬੰਦੇ ਜਿਹੜੇ ਬੜੀ ਸੋਹਣੀ ਬੜੀ ਸਵਰਗ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਸਨ, ਪਰ ਉਦਾਂ ਦੀ ਜ਼ਿੰਦਗੀ ਬਤੀਤ ਕਰਨੀ ਪੈ ਗਈ, ਰੋਟੀ ਜੇਲ੍ਹ ਦੀ ਖਾਣੀ ਪੈ ਗਈ। ਇਸ ਲਈ ਸਵਰਗ ਵਾਲੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ। ਹੋਂ ਵਿੱਚ ਨਰਕ ਸੁਰਗ ਅਵਤਾਰ ਮੈਂ ਦੇ ਅਰਥ ਇਹ ਕਰ ਰਿਹਾ ਕਿ ਸਵਰਗ ਵਾਲੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ। ਹੋਂ ਵਿੱਚ ਹੱਸਾ ਹੈ, ਹੱਸਦਾ ਵੀ ਹਉਮੈ ਵਿੱਚ ਹੈ, ਉਹਦਾ ਹੱਸਣਾ ਵੀ ਹਉਮੈ ਵਿੱਚ ਹੈ। ਹੋਂ ਵਿੱਚ ਹੱਸਾ ਹੈ, ਹੋਂ ਵਿੱਚ ਰੋਵਾ ਹੈ, ਹੋਂ ਵਿੱਚ ਭਰੀਆ ਹੈ, ਹੋਂ ਵਿੱਚ ਖੋਵਾ ਹੈ। ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਹੱਸਣਾ ਹਉਮੈ ਚ, ਰੋਣਾ ਹਉਮੈ ਚ, ਹਉਮੈ ਚ ਭਰੀਆ ਹੈ। ਜੋ ਕੁਝ ਭਰ ਰਿਹਾ ਉਵੇਂ ਹਉਮੈ ਵਿੱਚ ਭਰ ਰਿਹਾ। ਵੇਖੋ ਨਾ, ਅਗਲਿਆਂ ਚੁੱਕ ਕੇ ਵੱਡਾ ਮਿਨਿਸਟਰ ਬਣਾ ਦਿੱਤਾ, ਅਗਲਿਆਂ ਚੁੱਕ ਕੇ ਗਰੀਬੀ ਰੇਖਾ ਚੋਂ ਵੱਡਾ ਮਿਨਿਸਟਰ ਬਣਾ ਦਿੱਤਾ, ਤੇ ਵੱਡਾ ਮਿਨਿਸਟਰ ਬਣਿਆ ਕੋਇਆ ਮਨ ਚ ਹੰਕਾਰ ਆ ਗਿਆ ਵੀ ਹੁਣ ਸੱਤਾ ਚ ਆ ਗਏ ਆ, ਪਾਵਰ ਚ ਆ ਗਏ ਆ, ਕਿਉਂ ਨਾ ਹੋਵੇ ਹੁਣ ਆਪਾਂ ਆਪਣੇ ਖਜ਼ਾਨੇ ਭਰ ਲਈਏ, ਕਿਉਂ ਨਾ ਹੋਵੇ ਹੁਣ ਆਪਾਂ ਆਪਣੇ ਖਜ਼ਾਨੇ ਭਰ ਲਈਏ, ਆਪਣਾ ਘਰ ਭਰ ਲਈਏ। ਪਰ ਇਹ ਪਹਿਲੇ ਲੋਕ ਨਹੀਂ ਸਨ ਕਰਦੇ ਮਾਫ ਕਰਨਾ। ਪਹਿਲੇ ਅਗਲਾ ਕਹਿੰਦਾ ਸੀ ਵੀ ਚੱਲ, ਕਾਣਾ ਕਾਣੇ ਨੂੰ ਕਦੀ ਵੀ ਰੋਕਦਾ ਨਹੀਂ। ਜਿਹੜਾ ਬੰਦਾ ਆਪ ਕਾਣਾ ਹੋਵੇਗਾ ਨਾ, ਉਹ ਕਦੀ ਦੂਜੇ ਨੂੰ ਰੋਕੇਗਾ ਨਹੀਂ। ਰੋਕਦਾ ਹੀ ਉਹ ਹੈ ਜਿਹੜਾ ਸੱਚਾ ਸੁੱਚਾ ਹੈ, ਉਹ ਰੋਕਦਾ ਹੈ। ਕਾਣਾ ਨਹੀਂ ਕਦੀ ਕਾਣੇ ਨੂੰ ਰੋਕਦਾ, ਉਹਨੂੰ ਪਤਾ ਮੈਂ ਕਾਣਾ ਇਹਦੇ ਅੱਗੇ, ਇਹਨੂੰ ਰੋਕਾਂਗਾ ਤੇ ਮੇਰਾ ਕੀ ਬਣੇਗਾ। ਇਸ ਕਰਕੇ ਉਹ ਨਹੀਂ ਰੋਕਦਾ। ਪਰ ਜਿਹੜਾ ਸੱਚਾ ਹੈ ਉਹ ਰੋਕਦਾ ਹੈ, ਉਹਨੂੰ ਪਤਾ ਮੈਂ ਸੱਚਾ, ਇਸ ਲਈ ਉਹ ਰੋਕਦਾ। ਹੁਣ ਅਗਲੇ ਸੋਚਿਆ ਵੀ ਭਰ ਲਈਏ ਘਰ, ਭਰ ਲਿਆ, ਪਰ ਫੜਿਆ ਗਿਆ, ਥੱਲੇ ਆ ਕੇ ਡਿੱਗ ਗਿਆ। ਕੋਈ ਮਿਨਿਸਟਰੀ ਨਹੀਂ, ਕੋਈ ਅਹੁਦਾ ਨਹੀਂ, ਕੋਈ ਪਦ ਨਹੀਂ, ਸਭ ਕੁਝ ਖੋਲਿਆ। ਇਸ ਲਈ ਹਉਂ ਵਿੱਚ ਭਰੀਐ, ਹਉਂ ਵਿੱਚ ਖੋਵੈ। ਜੇ ਤੂੰ ਹਉਮੈ ਕਰਕੇ ਭਰ ਲਿਆ ਨਾ, ਤੇ ਯਾਦ ਰੱਖੀ ਹਉਮੈ ਕਰਕੇ ਖੋਣਾ ਵੀ ਪੈਣਾ ਹੈ, ਖੋਣਾ ਵੀ ਪਏਗਾ ਤੈਨੂੰ। ਹਉਂ ਵਿੱਚ ਭਰੀਐ, ਹਉਂ ਵਿੱਚ ਖੋਵੈ। ਸਤਿਗੁਰੂ ਜੀ ਕਹਿੰਦੇ ਹੁਣ ਖੋਣ ਦੀ ਗੱਲ ਵੀ ਸਮਝੋ, ਜੋ ਮੈਂ ਸਮਝਦਾ। ਹਉਂ ਵਿੱਚ ਖੋਵੈ। ਅਗਲਾ ਕਹਿੰਦਾ ਫਿਰ ਕੀ ਹੋ ਗਿਆ, ਜੇ ਅੱਜ ਇਹ ਸਭ ਕੁਝ ਖੁੱਸ ਗਿਆ, ਕੱਲ ਨੂੰ ਫਿਰ ਮਿਲ ਜਾਏਗਾ। ਅਕਲ ਨਹੀਂ ਆਈ। ਜਿਹੜੇ ਬੰਦੇ ਨੂੰ ਵੱਡੀ ਸੱਟ ਲੱਗ ਜਾਏ ਨਾ, ਉਹ ਬੰਦਾ ਸਮਝ ਜਾਂਦਾ। ਪਰ ਸਾਡੇ ਲੋਕ, ਦੁਨੀਆ ਦੇ ਲੋਕ ਮਾਫ ਕਰਨਾ ਇਦਾਂ ਦੇ ਆ, ਜਿਨ੍ਹਾਂ ਨੂੰ ਵੱਡੀ ਸੱਟ ਵੀ ਲੱਗ